ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਣੀ ਬੁੱਧੀ ਵਿੱਚੋਂ, ਆਪਣੀ ਅੰਤਰ ਲਿਵ ਵਿੱਚੋਂ, ਗੁਰਬਾਣੀ ਦੀ ਗਵਾਹੀ ਵਿੱਚੋਂ ਇਹ ਅਨੁਭਵ ਮਿਲਦਾ ਹੈ ਕਿ ਆਤਮਿਕ ਜੀਵਨ ਹੀ ਮਨੁੱਖ ਦਾ ਅਸਲੀ ਜੀਵਨ ਹੈ। ਆਤਮਿਕ ਜੀਵਨ ਦਾ ਅਰਥ ਹੈ ਆਪਣੀ ਆਤਮਾ ਨਾਲ ਜੁੜ ਕੇ ਜੀਵਿਆ ਹੋਇਆ ਜੀਵਨ। ਆਤਮਾ ਮਨੁੱਖੀ ਜੀਵਨ ਦੀ ਜੜ ਹੈ। ਆਤਮਾ ਮਨੁੱਖੀ ਜੀਵਨ ਦੀ ਗੰਗੋਤਰੀ ਹੈ, ਜਿੱਥੋਂ ਜੀਵਨ ਧਾਰਾ ਪੈਦਾ ਹੁੰਦੀ ਹੈ। ਜਦੋਂ ਤੱਕ ਕੋਈ ਮਨੁੱਖ ਆਪਣੇ ਆਤਮ ਨਾਲ ਜੁੜਿਆ ਰਹਿੰਦਾ ਹੈ, ਉਦੋਂ ਤੱਕ ਉਸ ਮਨੁੱਖ ਦੇ ਜੀਵਨ ਵਿੱਚ ਕੋਈ ਅਰਥ ਹੁੰਦਾ ਹੈ, ਉਸ ਦੇ ਜੀਵਨ ਵਿੱਚ ਕੋਈ ਸਾਰ ਹੁੰਦਾ ਹੈ। ਪਰ ਇਸ ਜਗਤ ਵਿੱਚ ਪੈਦਾ ਹੋ ਕੇ ਬਹੁਤ ਘੱਟ ਐਸੇ ਮਨੁੱਖ ਰਹਿ ਜਾਂਦੇ ਹਨ ਜੋ ਆਤਮਿਕ ਜੀਵਨ ਜਿਉਂਦੇ ਹਨ, ਜੋ ਧਾਰਮਿਕ ਜੀਵਨ ਜਿਉਂਦੇ ਹਨ, ਜੋ ਆਪਣੀ ਆਤਮਾ ਨਾਲ ਜੁੜ ਕੇ ਜੀਵਨ ਜਿਉਂਦੇ ਹਨ। ਆਮ ਕਰਕੇ ਮਨੁੱਖ ਇਸ ਜਗਤ ਦੀ ਚਹਿਲ ਪਹਿਲ ਵੇਖ ਕੇ, ਇਸ ਜਗਤ ਦੀ ਚਹਿਲ ਪਹਿਲ ਦੇ ਪਿੱਛੇ ਦੌੜ ਕੇ ਆਪਣੇ ਆਤਮ ਤੋਂ ਟੁੱਟ ਜਾਂਦਾ ਹੈ। ਫਿਰ ਉਹ ਆਪਣੇ ਮਨ ਨਾਲ, ਆਪਣੇ ਮਨ ਵਿੱਚ ਮਨਮਈ ਜੀਵਨ ਜਿਉਂਦਾ ਹੈ। ਮਨ ਕੋਈ ਬਹੁਤੀ ਗਹਿਰੀ ਚੀਜ਼ ਨਹੀਂ, ਮਨ ਇਸ ਸਥੂਲ ਸਰੀਰ ਦਾ ਹੀ ਇੱਕ ਹਿੱਸਾ ਹੈ। ਮਹਾਂਪੁਰਖਾਂ ਨੇ, ਗੁਰੂਆਂ ਨੇ ਇਸ ਮਨਮਈ ਜੀਵਨ ਨੂੰ ਸੰਸਾਰੀ ਜੀਵਨ ਆਖਿਆ ਹੈ। ਸੰਸਾਰੀ ਜੀਵਨ ਦਾ ਅਰਥ ਹੈ ਸੰਸ਼ੇ ਵਿੱਚ, ਭਰਮ ਵਿੱਚ, ਅਗਿਆਨ ਵਿੱਚ, ਹੋਛੇਪਣ ਵਿੱਚ ਜੀਵਿਆ ਹੋਇਆ ਜੀਵਨ। ਮਹਾਂਪੁਰਖਾਂ ਦੀ ਸਾਰੀ ਸਿੱਖਿਆ ਦਾ ਜ਼ੋਰ ਇਹ ਹੈ ਕਿ ਮਨੁੱਖ ਆਪਣੇ ਆਤਮ ਨਾਲ ਜੁੜ ਕੇ ਜੀਵੇ, ਮਨੁੱਖ ਧਾਰਮਿਕ ਹੋ ਕੇ ਜੀਵੇ, ਮਨੁੱਖ ਆਤਮਿਕ ਹੋ ਕੇ ਜੀਵੇ। ਕਿਉਂਕਿ ਆਪਣੇ ਆਤਮ ਤੋਂ ਟੁੱਟੇ ਹੋਏ ਮਨੁੱਖ ਦੇ ਜੀਵਨ ਵਿੱਚ ਸੁਰ ਨਹੀਂ ਹੁੰਦਾ। ਆਪਣੇ ਆਤਮ ਤੋਂ ਟੁੱਟੇ ਹੋਏ ਮਨੁੱਖ ਦੇ ਜੀਵਨ ਵਿੱਚ ਤਾਲ ਨਹੀਂ ਹੁੰਦੀ। ਆਪਣੇ ਆਤਮ ਤੋਂ ਟੁੱਟੇ ਹੋਏ ਮਨੁੱਖ ਦੇ ਜੀਵਨ ਵਿੱਚ ਪ੍ਰੇਮ ਦਾ ਸੰਗੀਤ ਨਹੀਂ ਹੁੰਦਾ। ਆਤਮਿਕ ਜੀਵਨ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਉਹ ਸੁਗੰਧੀ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਸੀ। ਆਤਮਿਕ ਜੀਵਨ ਤੋਂ ਬਿਨਾਂ ਮਨੁੱਖ ਕੋਮਲ ਨਹੀਂ ਰਹਿੰਦਾ, ਮਨੁੱਖ ਖਰਵਾ ਹੋ ਜਾਂਦਾ ਹੈ, ਮਨੁੱਖ ਹੰਕਾਰੀ ਹੋ ਜਾਂਦਾ ਹੈ। ਫਿਰ ਜਿੰਨਾ ਕੋਈ ਮਨੁੱਖ ਹੰਕਾਰੀ ਹੁੰਦਾ ਜਾਵੇਗਾ, ਓਨਾ ਹੀ ਉਹ ਪੱਥਰ ਵਰਗਾ ਹੁੰਦਾ ਜਾਵੇਗਾ। ਆਪਣੇ ਆਤਮ ਤੋਂ ਟੁੱਟਿਆ ਮਨੁੱਖ ਦੁੱਖ ਵਿੱਚ ਜੀਵਨ ਜੀਵੇਗਾ। ਅਧਾਰਮਿਕ ਮਨੁੱਖ ਭਾਵੇਂ ਜਿੰਨਾ ਮਰਜ਼ੀ ਆਪਣੇ ਆਲੇ ਦੁਆਲੇ ਸੁੱਖ ਸਾਧਨ ਪੈਦਾ ਕਰ ਲਵੇ, ਪਰ ਉਹ ਜੀਵਨ ਦੁੱਖ ਵਿੱਚ ਹੀ ਜੀਵੇਗਾ। ਇੱਕ ਵੱਡੀ ਗੱਡੀ ਵਿੱਚ ਬੈਠਾ ਹੋਇਆ ਮਨੁੱਖ, ਇੱਕ ਜਹਾਜ਼ ਵਿੱਚ ਬੈਠਾ ਹੋਇਆ ਮਨੁੱਖ, ਇੱਕ ਆਪਣੇ ਵੱਡੇ ਕਬੀਲੇ ਵਿੱਚ ਬੈਠਾ ਹੋਇਆ ਮਨੁੱਖ, ਧਨ ਸੰਪਤੀ ਦੇ ਢੇਰ ਵਿੱਚ ਬੈਠਾ ਹੋਇਆ ਮਨੁੱਖ, ਇੱਕ ਦੁਨੀਆ ਦੀ ਵਾਹ-ਵਾਹ ਲੈਣ ਵਾਲਾ ਮਨੁੱਖ ਵੀ ਤਲਖੀ ਵਿੱਚ ਹੈ, ਬੇਚੈਨੀ ਵਿੱਚ ਹੈ, ਭਟਕਣ ਵਿੱਚ ਹੈ, ਉਹ ਦੁਖੀ ਹੈ। ਆਪਣੇ ਆਤਮ ਤੋਂ ਟੁੱਟੇ ਹੋਏ ਮਨੁੱਖ ਨੂੰ ਗੁਰਬਾਣੀ ਨੇ ਦੁਹਾਗਣ ਆਖਿਆ ਹੈ ਅਤੇ ਆਪਣੇ ਆਤਮ ਨਾਲ ਜੁੜੇ ਹੋਏ ਮਨੁੱਖ ਨੂੰ ਗੁਰਬਾਣੀ ਨੇ ਸੁਹਾਗਣ ਆਖਿਆ ਹੈ। ਗੁਰਬਾਣੀ ਦਾ ਫਰਮਾਨ ਹੈ, ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ। ਤ੍ਰਿਗ ਦਾ ਅਰਥ ਹੈ ਲਾਨਤ ਹੈ, ਮੁੱਠੀ ਦਾ ਅਰਥ ਹੈ ਜੋ ਦੂਜੇ ਭਾਵ ਵਿੱਚ ਠੱਗੀ ਜਾ ਰਹੀ ਹੈ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ, ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪਾਏ। ਬਿਨ ਸ਼ਬਦੈ ਸੁਖ ਨਾ ਥੀਐ, ਬਿਨ ਪਿਰ ਦੁੱਖ ਨਾ ਜਾਏ। ਆਪਣੇ ਆਤਮ ਤੋਂ ਬਿਨਾਂ, ਆਪਣੇ ਪਿਰ ਤੋਂ ਬਿਨਾਂ ਦੁੱਖ ਨਹੀਂ ਜਾਏਗਾ। ਪਰ ਸਾਡੇ ਅੱਗੇ ਇੱਕ ਸਮੱਸਿਆ ਹੈ, ਸਵਾਲ ਹੈ ਕਿ ਕਿਸੇ ਕਾਰਨ ਅਸੀਂ ਆਤਮ ਨਾਲੋਂ ਟੁੱਟ ਗਏ, ਸਾਨੂੰ ਪਤਾ ਹੀ ਨਹੀਂ ਸੀ। ਸਾਡੇ ਜੀਵਨ ਵਿੱਚ ਦੁੱਖ ਹੈ, ਸੁੱਖ ਹੈ, ਸਾਡੇ ਜੀਵਨ ਵਿੱਚ ਸਦਾ ਆਨੰਦ ਨਹੀਂ। ਪਰ ਅਸੀਂ ਕਿਵੇਂ ਮੁੜ ਆਪਣੇ ਉਸ ਆਤਮ ਨਾਲ ਮਿਲ ਸਕੀਏ, ਕਿਵੇਂ ਅਸੀਂ ਆਪਣੇ ਉਸ ਆਨੰਦ ਨੂੰ ਫੇਰ ਪਾ ਸਕੀਏ। ਇੱਥੇ ਇੱਕ ਵਿਚਾਰ ਆਉਂਦਾ ਹੈ ਕਿ ਸਾਡੇ ਅੰਦਰ ਇੰਨਾ ਕੁ ਉਬਾਲ ਚਾਹੀਦਾ ਹੈ। ਪਹਿਲੀ ਗੱਲ
ਕਿ ਅਸੀਂ ਆਪਣੇ ਅੰਦਰ ਇੱਕ ਦ੍ਰਿੜ ਸੰਕਲਪ ਕਰ ਸਕੀਏ। ਸਾਡੇ ਅੰਦਰ ਉਹ ਭਾਵਨਾ ਚਾਹੀਦੀ ਹੈ ਕਿ ਮੈਂ ਸੱਚ ਨੂੰ ਜਾਣਨਾ ਹੈ, ਮੈਂ ਸੱਚ ਹੋਣਾ ਹੈ, ਮੈਂ ਸੱਚ ਨੂੰ ਖੁਦ ਜਾਣਾਂਗਾ। ਦੂਜਾ ਹੈ, ਸਾਨੂੰ ਝੂਠ ਦਾ ਰਸ ਛੱਡਣਾ ਪਵੇਗਾ। ਸਾਡਾ ਮਨ ਝੂਠ ਤੋਂ ਅੱਕਣਾ ਜ਼ਰੂਰੀ ਹੈ। ਝੂਠ ਇਹ ਹੈ ਕਿ ਅਸੀਂ ਹਰ ਰੋਜ਼ ਉਸੇ ਸੁੱਖ ਵਿੱਚ, ਉਸੇ ਦੁੱਖ ਵਿੱਚ ਜੀਵਨ ਕੱਟ ਰਹੇ ਹਾਂ। ਇੰਜ ਲੱਗਦਾ ਹੈ ਜਿਵੇਂ ਅਸੀਂ ਗੋਲ-ਗੋਲ ਘੁੰਮ ਰਹੇ ਹਾਂ, ਜਿਵੇਂ ਅਸੀਂ ਗੇੜਾ ਦੇ ਕੇ ਉੱਥੇ ਹੀ ਆ ਖਲੋਂਦੇ ਹਾਂ। ਗੁਰਬਾਣੀ ਦਾ ਫਰਮਾਨ ਹੈ, ਗੁਰੂ ਸਾਹਿਬ ਆਪਣੇ ਆਪ ਨੂੰ ਸਵਾਲ ਕਰਦੇ ਹਨ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਮੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਆਪਣੇ ਆਪ ਨੂੰ ਸਵਾਲ ਹੈ। ਕਿਤੇ ਅਸੀਂ ਵੀ ਇਹ ਸਵਾਲ ਆਪਣੇ ਆਪ ਨੂੰ ਕਰੀਏ ਕਿ ਅਸੀਂ ਕਿਸ ਕੰਮ ਲਈ ਜੀਵਨ ਜਿਉ ਰਹੇ ਹਾਂ। ਕੀ ਅਸੀਂ ਇਹ ਦੁੱਖ ਤੇ ਇਹ ਸੁੱਖ ਨੂੰ ਝੱਲਣ ਲਈ ਜੀਵਨ ਜੀ ਰਹੇ ਹਾਂ? ਕੀ ਅਸੀਂ ਆਪਣੇ ਆਲੇ ਦੁਆਲੇ ਕੁਟੁੰਬ ਇਕੱਠਾ ਕਰਨ ਲਈ ਜੀਵਨ ਜੀ ਰਹੇ ਹਾਂ? ਕੀ ਅਸੀਂ ਆਪਣੇ ਆਲੇ ਦੁਆਲੇ ਧਨ ਸੰਪਤੀ ਨੂੰ ਇਕੱਠਾ ਕਰਨ ਲਈ ਜੀਵਨ ਜੀ ਰਹੇ ਹਾਂ? ਕੀ ਅਸੀਂ ਇਸ ਦੁਨੀਆ ਦੀ ਵਾਹ-ਵਾਹ ਲੈਣ ਲਈ ਜੀਵਨ ਜੀ ਰਹੇ ਹਾਂ? ਫਿਰ ਜੇ ਵਾਹ-ਵਾਹ ਮਿਲ ਜਾਏਗੀ ਤਦ ਕੀ ਹੋਵੇਗਾ? ਫਿਰ ਜੀਵਨ ਸਾਡੇ ਹੱਥਾਂ ਵਿੱਚੋਂ ਛੁੱਟ-ਛੁੱਟ ਜਾ ਰਿਹਾ ਹੈ। ਜੀਵਨ ਸਾਡੇ ਹੱਥ ਵਿੱਚ ਨਹੀਂ। ਇਹ ਸਵਾਲ ਆਪਣੇ ਆਪ ਨੂੰ ਕਰਨ ਲਈ ਸਾਡੇ ਵਿੱਚ ਇੰਨੀ ਕੁ ਹੋਸ਼ ਤਾਂ ਹੋਣੀ ਲਾਜ਼ਮੀ ਹੈ, ਜ਼ਰੂਰੀ ਹੈ। ਪਰ ਇੱਥੇ ਗੁਰੂ ਸਾਹਿਬ ਸਾਨੂੰ ਇੱਕ ਰਸਤਾ ਦਿੰਦੇ ਹਨ, ਸਾਨੂੰ ਇੱਕ ਮਾਰਗ ਦਿੰਦੇ ਹਨ। ਗੁਰਬਾਣੀ ਦਾ ਫਰਮਾਨ ਹੈ ਕਿ ਤਟ ਤੀਰਥ ਹਮ ਨਵਖੰਡ ਦੇਖੇ, ਹਟ ਪਟਣ ਬਾਜ਼ਾਰਾ। ਤਟ ਤੀਰਥ ਹਮ ਨਵਖੰਡ ਦੇਖੇ, ਹਟ ਪਟਣ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲੱਗਾ, ਘਟ ਹੀ ਮੈਂ ਵਣਜਾਰਾ। ਲੈ ਕੇ ਤਕੜੀ ਤੋਲਣ ਲੱਗਾ, ਘਟ ਹੀ ਮੈਂ ਵਣਜਾਰਾ। ਘਟ ਹੀ ਵਿੱਚ, ਮੈਂ ਵਿੱਚ, ਘਟ ਹੀ ਮੈਂ ਵਣਜਾਰਾ। ਕਿ ਇਹ ਤੀਰਥਾਂ ਤੋਂ, ਇਹ ਸਭ ਧਰਮ ਪੁਸਤਕਾਂ ਤੋਂ ਮੈਨੂੰ ਇਹ ਸਮਝ ਮਿਲੀ ਹੈ। ਮੈਂ ਬਹੁਤ ਵੇਖੇ ਹਨ, ਮੈਨੂੰ ਸਭ ਤੋਂ ਇਹ ਸਮਝ ਮਿਲੀ ਹੈ ਕਿ ਉਹ ਸੱਚ ਦਾ ਸੌਦਾ ਤੇਰੇ ਅੰਦਰ ਹੈ। ਹੁਣ ਮੈਂ ਤੱਕੜੀ ਲੈ ਕੇ ਉਸ ਸੱਚ ਦੇ ਸੌਦੇ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਸੌਦਾ ਮੇਰੇ ਅੰਦਰ ਹੈ। ਇਸ ਲਈ ਜਿਸ ਦਿਨ ਸਾਨੂੰ ਵੀ ਆਪਣੇ ਆਪ ਨੂੰ ਜੋਖਣਾ ਆ ਜਾਵੇਗਾ, ਸਾਨੂੰ ਵੀ ਆਪਣੇ ਆਪ ਨੂੰ ਤੋਲਣਾ ਆ ਜਾਵੇਗਾ, ਸਾਨੂੰ ਆਪਣੇ ਅੰਦਰੋਂ ਆਪਣੇ ਸੱਚ ਨੂੰ ਤੇ ਆਪਣੇ ਝੂਠ ਨੂੰ ਤੋਲਣਾ ਆ ਜਾਵੇਗਾ, ਜਿਸ ਦਿਨ ਅਸੀਂ ਆਪਣੇ ਉੱਤੇ ਆਪ ਧਿਆਨ ਰੱਖ ਸਕਾਂਗੇ। ਪੰਚਾਂ ਕਾ ਗੁਰ ਏਕ ਧਿਆਨ। ਇਸ ਧਿਆਨ ਦੀ ਤੱਕੜੀ ਨਾਲ ਆਪਣੇ ਸੱਚ ਨੂੰ ਤੇ ਆਪਣੇ ਝੂਠ ਨੂੰ ਤੋਲਾਂਗੇ। ਫਿਰ ਉਸ ਦਿਨ ਅਸੀਂ ਸੱਚ ਵੱਲ ਚੱਲ ਪਾਵਾਂਗੇ, ਅਸੀਂ ਸੱਚ ਹੋਣਾ ਸ਼ੁਰੂ ਹੋ ਜਾਵਾਂਗੇ। ਫਿਰ ਉਸ ਦਿਨ ਅਸੀਂ ਬੂੰਦ ਬੂੰਦ ਸੱਚ ਨੂੰ ਇਕੱਠੇ ਕਰਦੇ ਜਾਵਾਂਗੇ ਅਤੇ ਬੂੰਦ ਬੂੰਦ ਝੂਠ ਨੂੰ ਛੱਡਦੇ ਜਾਵਾਂਗੇ। ਉਹ ਸ਼ਬਦ ਹੈ ਕਿ ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਫਿਰ ਅਸੀਂ ਨਿਤ ਨਿਤ ਆਪਣੇ ਸੱਚ ਵਿੱਚ ਵਾਧਾ ਕਰਦੇ ਜਾਵਾਂਗੇ। ਆਪੇ ਨੂੰ ਇਸ ਤਰ੍ਹਾਂ ਧਿਆਨ ਦੀ ਤੱਕੜੀ ਨਾਲ ਤੋਲਣ ਨੂੰ ਫਿਰ ਭਾਵੇਂ ਤਪੱਸਿਆ ਕਹਿ ਲਵੋ, ਫਿਰ ਭਾਵੇਂ ਬੰਦਗੀ ਕਹਿ ਲਵੋ, ਫਿਰ ਭਾਵੇਂ ਨਾਮ ਦਾ ਅਭਿਆਸ ਕਹਿ ਲਵੋ, ਫਿਰ ਭਾਵੇਂ ਆਪਣੇ ਆਪ ਦੀ ਖੋਜ ਕਹਿ ਲਵੋ, ਫਿਰ ਇਸ ਦਾ ਕੋਈ ਵੀ ਨਾਂ ਰੱਖ ਲਵੋ। ਜਿਸ ਦਿਨ ਸਾਡੇ ਅੰਦਰ ਕੁਝ ਕੁ ਵੀ ਸੱਚ ਹੋਵੇਗਾ, ਉਸ ਦਿਨ ਸਾਡੀ ਉਹ ਦ੍ਰਿਸ਼ਟੀ ਪੈਦਾ ਹੋਏਗੀ ਜਿਹੜੀ ਸਾਡੇ ਮਨ ਤੋਂ ਪਾਰ ਵੇਖ ਸਕੇਗੀ। ਤੇ ਮਨ ਤੋਂ ਪਾਰ ਸਾਡਾ ਆਤਮ ਹੈ, ਮਨ ਤੋਂ ਪਾਰ ਪਰਮਾਤਮਾ ਹੈ। ਉਹ ਆਤਮ ਹੀ ਅਸਲੀ ਜੀਵਨ ਹੈ। ਉਹ ਆਤਮ ਦੀ ਕਸਵੱਟੀ ਤੇ ਤੁਲਿਆ ਹੋਇਆ ਜੀਵਨ ਹੀ ਸਾਡਾ ਅਸਲੀ ਜੀਵਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।